बहुत स्वागत है जी सारिਆਂ ਦਾ। मैं हाँ सुरिंदर डल्ला और मेरे नाल मौजूद ने सीनियर पत्रकार मनप्रीत रंधावा जी। मनप्रीत जी बहुत बहुत स्वागत है जी। बहुत बहुत धन्यवाद ਤੁਹਾਡਾ ਡੱਲਾ ਜੀ। बहुत धन्यवाद मनप्रीत जी। विषय बड़ा गंभीर है। हर चैनल च, हर मीडिया च, हर अखबार च कोई सुर्खी है कि केजरीवाल ने दिल्ली च मीटिंग कर ली पंजाब दे वड्डे अफसरां दे नाल, बिजली महकमे दे भी वड्डे अफसरां दे नाल। और कहते उस मीटिंग च ना मुख मंत्री सी ना बिजली मंत्री सी। कि ये मीटिंग कोई गुप्त मीटिंग सी, कि ये मीटिंग कोई ऑफिशियल मीटिंग सी, कि सारे पंजाब नूं या मुख मंत्री नूं या सारिਆਂ ਨੂੰ पता सी कि ये मीटिंग की जा रही है। इस मीटिंग का एजेंडा की सी। हुण गल्लां आ रही ने कि 300 यूनिट मुफ्त बिजली का फैसला करने के लिए ये मीटिंग हो रही सी, पर वो अफसर ਜਿਹੜੇ ਮੁੱਖ ਮੰਤਰੀ ਨੂੰ ਜਵਾਬ ਦੇ ਤੇ ਉਹ ਮੁੱਖ ਮੰਤਰੀ ਜਿਹਨੇ ਸੰਵਿਧਾਨ ਦੀ ਸਹੁੰ ਖਾਧੀ ਹੈ ਉਹ ਇਸ ਮੀਟਿੰਗ 'ਚ ਕਿਉਂ ਨਹੀਂ ਸੀ? ਅਗਰ 300 ਯੂਨਿਟ ਮੁਫਤ ਬਿਜਲੀ ਬਾਰੇ ਵੀ ਵਿਚਾਰ ਹੋ ਰਿਹਾ ਸੀ, ਕਿਉਂਕਿ ਮੁੱਖ ਮੰਤਰੀ ਦਾ ਚਿਹਰਾ ਉਹ ਸੀ ਔਰ ਵਾਅਦੇ ਭਗਵੰਤ ਮਾਨ ਦੇ ਮੂੰਹ ਨੂੰ ਹੋਏ ਸੀ, ਤੇ ਹੁਣ ਉਹ ਮੁੱਖ ਮੰਤਰੀ ਹੈ। ਅਹਿਮ ਮੀਟਿੰਗ 'ਚ ਮੁੱਖ ਮੰਤਰੀ ਦਾ ਨਾ ਹੋਣਾ, ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ। ਬਹੁਤ ਰੌਲਾ ਇਸ ਮੀਟਿੰਗ ਤੇ ਪੈ ਗਿਆ। ਕਈ ਲੋਕ ਇਹਦੇ ਤੇ ਸੰਵਿਧਾਨ ਨਾਲ ਜੁੜੇ ਸਵਾਲ ਚੱਕ ਰਹੇ ਨੇ। ਬੀਜੇਪੀ ਦੇ ਹਰਜੀਤ ਗਰੇਵਾਲ ਕਹਿ ਰਹੇ ਨੇ ਕਿ ਅਸੀਂ ਦੂਸਰੀਆਂ ਪਾਰਟੀਆਂ ਨਾਲ ਗੱਲਬਾਤ ਕਰਕੇ ਗਵਰਨਰ ਨੂੰ ਵੀ ਮਿਲ ਸਕਦੇ ਹਾਂ। ਕਿ ਇਹ ਸਹੀ ਹੈ ਜਾਂ ਗਲਤ ਹੈ? ਇਹ ਸਾਰੇ ਮਸਲੇ ਤੇ ਗੱਲ ਕਰਾਂਗੇ। ਸੀਨੀਅਰ ਪੱਤਰਕਾਰ ਮਨਪ੍ਰੀਤ ਜੀ ਮੇਰੇ ਨਾਲ ਨੇ। ਮਨਪ੍ਰੀਤ ਜੀ, ਇਸ ਮੀਟਿੰਗ ਨੂੰ ਤੁਸੀਂ ਕਿਵੇਂ, ਇਹਦੀ ਵਿਆਖਿਆ ਕਿਵੇਂ ਕਰਨਾ ਚਾਹੋਗੇ? ਇਹ ਕੀ ਮੀਟਿੰਗ ਸੀ? ਕਿਹੋ ਜਿਹੀ ਮੀਟਿੰਗ ਸੀ? ਕਿ ਪਹਿਲਾਂ ਵੀ ਕਦੀ ਇਹੋ ਜਿਹੀਆਂ ਮੀਟਿੰਗਾਂ ਹੋਈਆਂ? ਡੱਲਾ ਜੀ, ਮੈਨੂੰ ਲੱਗਦਾ ਵਾਕਿਆ ਹੈ ਇਸ ਮੀਟਿੰਗ ਤੇ ਸਾਰਿਆਂ ਦੀ ਅੱਖ ਹੋ ਜਾਣੀ ਔਰ ਇਸ ਮੀਟਿੰਗ ਉੱਤੇ ਆਲੋਚਨਾ ਹੋ ਜਾਣੀ। ਉਹ ਬਿਲਕੁਲ ਤੁਹਾਡੀ ਗੱਲ ਠੀਕ ਹੈ, ਕਿਉਂਕਿ ਕਿਸੇ ਨੇ ਉਮੀਦ ਨਹੀਂ ਸੀ ਕੀਤੀ। ਜਿਵੇਂ ਅੱਜ ਸਭ ਤੋਂ ਪਹਿਲਾਂ ਮੈਂ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਇੱਕ ਟਵੀਟ ਪੜ੍ਹ ਰਿਹਾ ਸੀ, ਕਹਿੰਦੇ ਉਮੀਦ ਤਾਂ ਸੀ ਇਸ ਤਰ੍ਹਾਂ ਦੀ, ਪਰ ਇੰਨੀ ਜਲਦੀ ਹੋ ਜਾਊਗਾ ਇਹ ਨਹੀਂ ਸੀ ਪਤਾ। ਪਹਿਲਾਂ ਤਾਂ ਮੈਂ ਦੱਸਦਾ ਸਾਡੇ ਜਿਹੜੇ ਦੇਖਣ ਵਾਲੇ ਨੇ, ਦਰਸ਼ਕ ਨੇ, ਕਿ ਇਹ ਮੀਟਿੰਗ ਹੋਈ ਕਿਹਨਾਂ ਦੀ ਹੈ। ਚੀਫ ਸੈਕਟਰੀ ਨੇ ਪੰਜਾਬ ਦੇ ਅਨਿਰੁੱਧ ਤਿਵਾੜੀ, ਉਹ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਸੀ। ਇਸੇ ਤਰ੍ਹਾਂ ਸੈਕਟਰੀ ਪਾਵਰ ਪੰਜਾਬ ਦੇ ਦਲੀਪ ਕੁਮਾਰ, ਉਹ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਸੀ। ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ, ਉਹ ਤਾਂ ਇਹ ਮੀਟਿੰਗ ਲੈ ਹੀ ਰਹੇ ਸੀ। ਐਮਪੀ ਨੇ ਜਿਹੜੇ ਪੰਜਾਬ ਤੋਂ ਨੋਮੀਨੇਟ ਹੋਏ ਰੀਸੈਂਟਲੀ, ਰਾਘਵ ਚੱਡਾ, ਉਹ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਸੀ। ਦਿੱਲੀ ਦੇ ਇੱਕ ਮੰਤਰੀ ਸਤਿੰਦਰ ਜੈਨ ਡੱਲਾ ਜੀ, ਉਹ ਵੀ ਇਸ ਮੀਟਿੰਗ ਦੇ ਮੌਜੂਦ ਸੀ। ਤੇ ਫਿਰ ਫਾਈਨਲੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ PSPCL ਦੇ ਜਿਹੜੇ ਚੇਅਰਮੈਨ ਨੇ ਬਲਦੇਵ ਸਿੰਘ ਸਰਾਂ, ਉਹ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਸੀ। ਇਹ ਮੀਟਿੰਗ ਤੁਸੀਂ ਡੱਲਾ ਜੀ ਦੇਖੋ, ਸਾਦਾ ਕੌਣ ਆ? ਅਰਵਿੰਦ ਕੇਜਰੀਵਾਲ। ਔਰ ਸਾਡੇ ਜਿਹੜੇ ਪਾਵਰ ਮਿਨਿਸਟਰ ਨੇ ਪੰਜਾਬ ਦੇ, ਹਰਭਜਨ ਸਿੰਘ ETO, ਜਿਹੜੇ ਪਿਛਲੇ ਦਿਨਾਂ ਦੇ ਵਿੱਚ ਚੱਕਰ ਲਾ ਕੇ ਆਉਂਦੇ ਨੇ ਦਿੱਲੀ ਦਾ, ਤੇ ਉੱਥੋਂ ਦੇ ਕੋਲ ਮਿਨਿਸਟਰ ਤੇ ਨਾਲੇ ਪਾਵਰ ਮਿਨਿਸਟਰ ਨੂੰ, ਯੂਨੀਅਨ ਪਾਵਰ ਮਿਨਿਸਟਰ ਨੂੰ ਮਿਲ ਕੇ ਆਉਂਦੇ ਨੇ, ਉਹ ਇਸ ਮੀਟਿੰਗ ਦੇ ਵਿੱਚ ਉਪਸਥਿਤ ਹੀ ਨਹੀਂ ਹੈ। ਉਹਨਾਂ ਨੂੰ ਬੁਲਾਇਆ ਤੱਕ ਨਹੀਂ ਗਿਆ। ਇਸੇ ਤਰ੍ਹਾਂ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਆ ਭਗਵੰਤ ਮਾਨ, ਉਹ ਇਸ ਮੀਟਿੰਗ 'ਚ ਮੌਜੂਦ ਨਹੀਂ ਹੈ। ਇਸੇ ਕਰਕੇ ਜਿਹੜੀਆਂ ਸਾਰੀਆਂ ਉਂਗਲਾਂ ਉੱਠ ਰਹੀਆਂ ਡੱਲਾ ਜੀ ਇਸ ਮੀਟਿੰਗ ਤੇ, ਇਸ ਕਰਕੇ ਉੱਠ ਰਹੀਆਂ ਕਿ ਕੀ ਹੁਣ ਪੰਜਾਬ ਨੂੰ ਦਿੱਲੀ ਚਲਾਏਗੀ ਇੱਕ ਅੱਧਾ ਸੂਬਾ, ਜਿਹੜਾ ਕਿ ਪੂਰਨ ਰੂਪ ਤੇ ਸੂਬਾ ਨਹੀਂ ਆ, ਉਹ ਇੱਕ ਪੂਰੇ ਸੂਬੇ ਦੇ ਸੀਨੀਅਰ ਮੰਤਰੀ, ਚੀਫ ਸੈਕਟਰੀ, ਸਭ ਤੋਂ ਤੁਹਾਨੂੰ ਪਤਾ ਬਿਊਰੋਕਰੈਟਸ ਦੇ ਵਿੱਚ ਸਭ ਤੋਂ ਹਾਈਐਸਟ ਪੋਜੀਸ਼ਨ ਆ, ਉਹਨਾਂ ਨੂੰ ਬੁਲਾਇਆ ਜਾਂਦਾ, ਬਾਕੀ ਅਫਸਰਾਂ ਨੂੰ ਬੁਲਾਇਆ ਜਾਂਦਾ। ਸੋ ਇਸ ਮੀਟਿੰਗ ਤੇ ਜਿਹੜੇ ਸਵਾਲ ਉੱਠਣੇ ਸੁਭਾਵਿਕ ਸੀ। ਥੋੜਾ ਜਿਹਾ ਮੈਂ ਇਹ ਦੱਸਦਾ, ਵੈਸੇ ਇੱਕ ਬੜਾ ਜ਼ਬਰਦਸਤ ਨਵਜੋਤ ਸਿੰਘ ਸਿੱਧੂ ਨੇ ਇੱਕ ਸ਼ੇਅਰ, ਮੈਂ ਉਹਨਾਂ ਦਾ ਟਵੀਟ 'ਚ ਪੜ੍ਹ ਰਿਹਾ ਸੀ। ਉਹ ਕਹਿੰਦੇ, ਚੱਲਨੇ ਦੋ ਆਂधियां हकीकत की, चलने दो आंधियां हकीकत की, ना जाने कौन से झोंके से बहरूपियों के मुखौटे उड़ जाएंगे। मतलब कि ये मुखौटे उड़ गए। ਸੋ ਜਿਹੜੀ ਇਹ ਗੱਲ ਕਹੀ ਜਾ ਰਹੀ ਸੀ, ਇਸੇ ਕਰਕੇ ਜਿਹੜੀ ਵਿਰੋਧੀ ਧਿਰ ਆ, ਚਾਹੇ ਉਹ ਕਾਂਗਰਸ ਪਾਰਟੀ ਹੋਵੇ, ਚਾਹੇ ਭਾਰਤੀ ਜਨਤਾ ਪਾਰਟੀ ਹੋਵੇ, ਤੇ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ, ਇਸੇ ਕਰਕੇ ਉਹਨਾਂ ਦਾ ਬਹੁਤ ਤਿੱਖਾ ਪ੍ਰਤੀਕਰਨ ਆਇਆ। ਦੇਖੋ, ਇਹ ਬਹੁਤ ਦੇਰ ਤੋਂ ਗੱਲਾਂ ਹੋਈਆਂ ਡੱਲਾ ਜੀ, ਤੁਸੀਂ ਵੀ ਆਪਾਂ ਅਕਸਰ ਡਿਸਕਸ ਕਰਦੇ ਆ ਕਿ ਪੰਜਾਬ ਦੇ ਅਧਿਕਾਰਾਂ ਤੇ ਲਗਾਤਾਰ ਕੇਂਦਰ ਸਰਕਾਰ ਹਮਲੇ ਕਰ ਰਹੀ ਆ, ਸਾਡੇ ਫੈਡਰਲ ਢਾਂਚੇ ਤੇ ਹਮਲੇ ਕਰ ਰਹੇ ਆ, ਸੰਘੀ ਢਾਂਚੇ ਦੀ ਸੰਘੀ ਘੁੱਟ ਰਹੇ ਆ। ਅਸੀਂ ਇਹ ਵੀ ਗੱਲ ਕਹੀ ਆ, ਜਿਹੜਾ ਸਾਡਾ ਇੱਕ ਸੰਘੀ ਢਾਂਚਾ, ਸੋ ਉਸ ਦੇ ਸਵਾਲ ਤਾਂ ਉੱਠਦੇ ਆ, ਪਰ ਇਹ ਨਹੀਂ ਸੀ ਸੋਚਿਆ ਕਿ ਇੱਕ ਜਿਹੜਾ ਅੱਧਾ ਰਾਜ ਆ, ਜਿਹੜਾ ਪੂਰਾ ਰਾਜ ਵੀ ਨਹੀਂ, ਉਸ ਦੇ ਇੱਕ ਮੁੱਖ ਮੰਤਰੀ, ਔਰ ਵੈਸੇ ਉਹਨੂੰ ਅਕਸਰ ਕਿਹਾ ਜਾਂਦਾ ਕਿ ਉਹ ਤਾਂ ਇੱਕ ਗਲੋਰੀਫਾਈਡ ਮਿਊਨਿਸਪਲ ਕਾਰਪੋਰੇਸ਼ਨ ਆ,
ਇਸ ਤੋਂ ਵੱਧ ਨਹੀਂ ਹੈ। ਔਰ ਵੈਸੇ ਤਾਂ ਅਰਵਿੰਦ ਕੇਜਰੀਵਾਲ ਨੇ ਹੁਣ ਰੌਲਾ ਵੀ ਪਾਉਣਾ ਛੱਡਤਾ ਕਿ ਇਹਨੂੰ ਪੂਰਨ ਰਾਜ ਦਾ ਅਧਿਕਾਰ ਦਿਓ। ਉਹ ਇੱਕ ਮੀਟਿੰਗ ਬੁਲਾਈ ਜਾ ਰਹੀ ਹੈ। ਹਾਂ, ਮੈਂ ਥੋੜਾ ਜਿਹਾ ਇਹ ਦੱਸਦਾ ਕਿ ਆਮ ਆਦਮੀ ਪਾਰਟੀ ਵੱਲੋਂ ਸਪਸ਼ਟੀਕਰਨ ਆਇਆ, ਤੁਸੀਂ ਇਹ ਗੱਲ ਠੀਕ ਕਹੀ ਹੈ। ਉਹ ਕਹਿੰਦੇ ਜਿਹੜੀਆਂ ਅਸੀਂ ਗਾਰੰਟੀਜ਼ ਦਿੱਤੀਆਂ ਨੇ, ਉਹਨਾਂ ਵਿੱਚ ਇੱਕ ਗਾਰੰਟੀ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ 300 ਯੂਨਿਟ ਬਿਜਲੀ ਦੇ ਮੁਫਤ ਦੇਣੇ ਆ। ਉਹਨਾਂ ਲਈ ਇਹ ਮੀਟਿੰਗ ਕੀਤੀ ਜਾ ਰਹੀ ਆ। ਤੇ ਜੇ ਉਹਨਾਂ ਲਈ ਮੀਟਿੰਗ ਕੀਤੀ ਜਾ ਰਹੀ ਆ ਤੇ ਫਿਰ ਹਰਭਜਨ ਸਿੰਘ ਈਟੀਓ ਜਿਹੜੇ ਪਾਵਰ ਮਿਨਿਸਟਰ ਨੇ, ਉਹ ਉੱਥੇ ਮੌਜੂਦ ਕਿਉਂ ਨਹੀਂ ਆ? ਉਹਨਾਂ ਨੂੰ ਕੌਨਫੀਡੈਂਸ ਕਿਉਂ ਨਹੀਂ ਲਿਆ ਗਿਆ? ਤੁਸੀਂ ਦੇਖੋ ਡੱਲਾ ਜੀ, ਮੈਂ ਅਕਸਰ ਦੇਖਿਆ ਟੀਵੀ ਦੇ ਰਿਪੋਰਟਰਸ ਹੋਣ, ਪ੍ਰਿੰਟ ਦੇ ਰਿਪੋਰਟਰਸ ਹੋਣ, ਅਕਸਰ ਉਹਨਾਂ ਨੂੰ ਸਵਾਲ ਕਰਦੇ ਨੇ। ਉਹ ਹਜੇ ਹੁਣੇ ਥੋੜੀ ਦੇਰ ਪਹਿਲਾਂ ਹੀ ਉਹਨਾਂ ਨੇ ਸਹੁੰ ਚੁੱਕੀ ਆ, ਹਜੇ ਮਹੀਨਾ ਨਹੀਂ ਹੋਇਆ ਇਸ ਸਰਕਾਰ ਨੂੰ, ਤੇ ਉਹਨਾਂ ਨੂੰ ਪੁੱਛਦੇ ਆ ਕਿ 300 ਯੂਨਿਟ ਕਦੋਂ ਦੋਗੇ? ਉਹ ਹਰ ਵਾਰੀ ਕਹਿ ਦਿੰਦੇ ਆ ਕਿ ਕੋਈ ਗੱਲ ਨਹੀਂ ਜੀ, ਇਸ ਤੇ ਕੰਮ ਕਰ ਰਹੇ ਆ, ਅਸੀਂ ਬੜੀ ਜਲਦੀ ਇਸ ਤੇ ਫੈਸਲਾ ਲੈ ਕੇ ਤੇ ਤੁਹਾਨੂੰ ਦੱਸਾਂਗੇ। ਉਸ ਮੰਤਰੀ ਨੂੰ ਉਸ ਮੀਟਿੰਗ ਦਾ ਹਿੱਸਾ ਹੀ ਨਹੀਂ ਬਣਾਇਆ ਜਾਂਦਾ। ਜੀ ਡੱਲਾ ਜੀ। ਕੈਪਟਨ ਅਮਰਿੰਦਰ ਕਹਿੰਦੇ ਨੇ ਜਿਸ ਦਾ ਡਰ ਸੀ ਉਹੀ ਹੋ ਗਿਆ। ਔਰ ਸੁਖਪਾਲ ਖਹਿਰਾ ਨੇ ਵੀ ਇਹਦੇ ਤੇ ਟਵੀਟ ਕੀਤਾ ਹੈ, ਰਾਜਾ ਵੜਿੰਗ ਨੇ ਵੀ ਟਵੀਟ ਕੀਤਾ ਹੈ, ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਹੈ, ਸੁਭਾਸ਼ ਵਰਮਾ ਬੀਜੇਪੀ ਦੇ ਚੰਡੀਗੜ੍ਹ ਦੇ ਲੀਡਰ ਨੇ, ਉਹਨਾਂ ਨੇ ਟਵੀਟ ਕੀਤਾ ਹੈ। ਨਵਜੋਤ ਸਿੰਘ ਸਿੱਧੂ ਨੇ ਫੇਸਬੁੱਕ ਤੇ ਵੀ ਇੱਕ ਪੋਸਟ ਪਾਈ ਹੈ ਪੰਜਾਬੀ ਚ ਲਿਖ ਕੇ, ਮੈਨੂੰ ਲੱਗਦਾ ਉਹ ਵੀ ਪੜ੍ਹ ਲੈਣੀ ਚਾਹੀਦੀ ਹੈ ਗੱਲ ਅੱਗੇ ਵਧਾਉਣ ਲਈ। ਨਵਜੋਤ ਸਿੰਘ ਸਿੱਧੂ ਕਹਿੰਦੇ 300 ਯੂਨਿਟ ਮੁਫਤ ਬਿਜਲੀ ਤੇ ਵਿਚਾਰ ਲਈ ਅਫਸਰਾਂ ਨੂੰ ਬਿਨਾਂ ਸੀਐਮ ਗੁਪਤ ਤੌਰ ਤੇ ਦਿੱਲੀ ਸੱਦਣ ਦਾ ਮਤਲਬ ਕੀ ਇਹ ਹੈ ਕਿ ਕੇਜਰੀਵਾਲ ਭਗਵੰਤ ਨੂੰ ਕ੍ਰੈਡਿਟ ਨਹੀਂ ਦੇਣਾ ਚਾਹੁੰਦੇ? ਕੀ ਭਗਵੰਤ ਦੀ ਲੋੜ ਸਿਰਫ ਹਿਮਾਚਲ ਅਤੇ ਗੁਜਰਾਤ ਦੇ ਪ੍ਰਚਾਰ ਲਈ ਹੀ ਹੈ? ਫੈਸਲਿਆਂ ਦੀ ਵਾਹੋਵਾਹੀ ਸਿਰਫ ਕੇਜਰੀਵਾਲ ਲੁੱਟਣਾ ਚਾਹੁੰਦੇ ਨੇ? ਭਗਵੰਤ ਸੰਵਿਧਾਨ ਦੀ ਸਹੁੰ ਚੁੱਕ ਕੇ ਮੁੱਖ ਮੰਤਰੀ ਬਣੇ ਨੇ, ਉਹਨਾਂ ਨੂੰ ਨਾ ਸੱਦ ਕੇ ਅਫਸਰਾਂ ਨੂੰ ਸੱਦਣਾ ਸੰਵਿਧਾਨ ਦੀ ਤੋਹੀਨ ਹੈ। ਕੇਜਰੀਵਾਲ ਦੀ ਇਸ ਕਾਰਵਾਈ ਤੋਂ ਇਹ ਸਾਫ਼ ਹੋ ਗਿਆ ਉਹ ਭਗਵੰਤ ਮਾਨ ਨੂੰ ਸਿਰਫ ਨਾਂ ਦਾ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਨੇ। ਭਗਵੰਤ ਨੂੰ ਹਿੰਮਤ ਦਿਖਾਉਣੀ ਚਾਹੀਦੀ ਹੈ ਤਾਂ ਕਿ ਭਵਿੱਖ 'ਚ ਦੁਬਾਰਾ ਅਜਿਹਾ ਨਾ ਹੋਵੇ। ਅਸੀਂ ਸਾਰੇ ਪੰਜਾਬੀ ਭਗਵੰਤ ਦੇ ਨਾਲ ਆ। ਹੁਣ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਜਿਹੜੀ ਰਾਏ ਲਿਖੀ ਹੈ ਉਹਨਾਂ ਦੀ ਨਿੱਜੀ ਰਾਏ ਹੈ, ਪਰ ਇੱਕ ਸਵਾਲ ਇਹ ਖੜਾ ਹੁੰਦਾ ਹੈ ਰੰਧਾਵਾ ਜੀ, ਕੀ ਹਿਮਾਚਲ ਪ੍ਰਦੇਸ਼ ਔਰ ਗੁਜਰਾਤ 'ਚ ਭਗਵੰਤ ਮਾਨ ਦੀ ਲੋੜ ਸੀ ਕੇਜਰੀਵਾਲ ਸਾਹਿਬ ਨੂੰ? ਇਸ ਮੀਟਿੰਗ 'ਚ ਲੋੜ ਨਹੀਂ ਸੀ। ਸਵਾਲ ਇਹ ਖੜਾ ਹੁੰਦਾ ਹੈ ਕੱਲ ਭਗਵੰਤ ਮਾਨ ਨੇ ਸਮਾਂ ਮੰਗ ਲਿਆ, ਕੀ ਕਿਤੇ ਨਾ ਕਿਤੇ ਕੋਈ ਅੰਦਰੂਨੀ ਵੈਕਿਊਮ ਤਾਂ ਨਹੀਂ ਪੈਦਾ ਹੋ ਰਿਹਾ ਪ੍ਰਸਿੱਧੀ ਨੂੰ ਲੈ ਕੇ? ਕਿਉਂਕਿ ਭਗਵੰਤ ਮਾਨ ਪ੍ਰਸਿੱਧ ਹੋ ਰਹੇ ਨੇ, ਭਗਵੰਤ ਮਾਨ ਦੇ ਫੈਸਲੇ ਬਹੁਤ ਉੱਪਰ ਜਾ ਰਹੇ ਨੇ, ਚੰਗੇ ਫੈਸਲੇ ਵੀ ਕੀਤੇ ਉਹਨਾਂ ਨੇ, ਸਕੂਲਾਂ ਵਾਲਾ ਫੈਸਲਾ ਵੀ ਕੀਤਾ, ਆਪਾਂ ਉਹਦੇ ਤੇ ਗੱਲ ਕਰਨੀ ਹੈ। ਕਿਤੇ ਇਹ ਖਦਸ਼ਾ ਤਾਂ ਨਹੀਂ ਆਮ ਆਦਮੀ ਪਾਰਟੀ 'ਚ ਕਿਤੇ ਵੀ ਅਸੀਂ ਹਰ ਚੀਜ਼ ਦਾ ਕ੍ਰੈਡਿਟ ਪੰਜਾਬ 'ਚ ਭਗਵੰਤ ਮਾਨ ਨਾਲ ਲੈ ਜੇ? ਅਸੀਂ ਚਾਹੁੰਦੇ ਹਾਂ ਕਿ ਜਿਹੜਾ ਕ੍ਰੈਡਿਟ ਹੈ ਹਰ ਚੀਜ਼ ਦਾ ਉਹ ਅਰਵਿੰਦ ਕੇਜਰੀਵਾਲ ਨੂੰ ਆਵੇ, ਕਿਉਂਕਿ ਉਹ ਪਾਰਟੀ ਦੇ ਮੁਖੀ ਨੇ। ਅਸੀਂ ਇੱਜ਼ਤ ਕਰਦੇ ਹਾਂ ਅਰਵਿੰਦ ਕੇਜਰੀਵਾਲ ਦੀ, ਸੂਝ-ਬੂਝ ਵਾਲੇ ਲੀਡਰ ਨੇ, ਨੀਤੀਗਤ ਵਿਰੋਧ ਹੈ ਕਈ ਮੁੱਦਿਆਂ ਤੇ, ਉਹ ਰਹਿਣਾ ਵੀ ਚਾਹੀਦਾ ਤੇ ਉਹ ਹੋਣਾ ਚੰਗੀ ਗੱਲ ਹੈ ਸਾਡੇ ਪੰਜਾਬ ਲਈ ਵੀ, ਦੇਸ਼ ਲਈ ਵੀ। ਡਿਬੇਟ ਹੈਲਦੀ ਹੋਣੀ ਚਾਹੀਦੀ ਹੈ। ਪਰ ਇਹ ਗੱਲ ਲੱਗਦੀ ਤੁਹਾਨੂੰ ਰੰਧਾਵਾ ਜੀ ਕਿ ਸਿਰਫ ਕ੍ਰੈਡਿਟ ਨਾ ਕੋਈ ਹੋਰ ਲੈ ਜੇ? ਦੇਖੋ 300 ਯੂਨਿਟ ਮੁਫਤ ਦੇਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ। 3 ਰੁਪਏ ਯੂਨਿਟ ਤਾਂ ਸਸਤੀ ਕਰ ਗਏ ਸੀ ਚਰਨਜੀਤ ਚੰਨੀ, ਪਤਾ ਨਹੀਂ ਹੁਣ ਮਿਲੂਗੀ ਜਾਂ ਨਹੀਂ ਮਿਲੂਗੀ। ਪ੍ਰਕਾਸ਼ ਸਿੰਘ ਬਾਦਲ ਨੇ ਸਾਰੇ ਖੇਤੀ ਸੈਕਟਰ ਨੂੰ ਮੁਫਤ ਬਿਜਲੀ ਦਿੱਤੀ ਹੈ ਪੰਜਾਬ 'ਚ, ਉਹ ਅੱਜ ਵੀ ਸਾਰੇ ਪੰਜਾਬ 'ਚ ਮੁਫਤ ਬਿਜਲੀ ਜਾਰੀ ਹੈ। ਲਗਭਗ 9,000 ਕਰੋੜ ਦੀ ਸਬਸਿਡੀ ਹੈ। ਦਿੱਲੀ ਦੀ ਤਾਂ ਸਬਸਿਡੀ ਸਾਰੀ 1600 1700 1800 ਕਰੋੜ ਦੀ ਹੈ, ਮੈਂ ਸੁਣਿਆ 2000 ਕਰੋੜ ਲਾ ਲਓ। 300 ਯੂਨਿਟ ਮੁਫਤ ਬਿਜਲੀ ਦੇਣੀ ਅੱਜ ਦੇ ਸਮੇਂ 'ਚ ਕੋਈ ਬਹੁਤ ਵੱਡੀ ਗੱਲ ਨਹੀਂ ਹੈ, ਪਰ ਬਿਜਲੀ ਨੂੰ ਬਿਨਾਂ ਮਹਿੰਗੇ ਕੀਤਿਆਂ ਤੇ ਕੋਈ ਹੋਰ ਟੈਕਸ ਲਾਇਆ ਕਿੱਦਾਂ ਬਿਜਲੀ ਮੁਫਤ ਹੋਊਗੀ? ਇਨਕਮ ਤਾਂ ਹੈ ਨਹੀਂ। ਇਹਦਾ ਮਤਲਬ ਹੈ ਜੇ 300 ਯੂਨਿਟ ਬਿਜਲੀ ਹੁਣ ਮੁਫਤ ਹੁੰਦੀ ਹੈ ਤੇ ਉਹ ਖਰਚਾ ਕਿਸੇ ਹੋਰ ਪਾਸੇ ਪੈ ਜਾਏਗਾ। ਜਿਵੇਂ ਕੈਪਟਨ ਅਮਰਿੰਦਰ ਨੇ ਰੂਰਲ ਡਿਵੈਲਪਮੈਂਟ ਫੰਡ ਨੂੰ ਕਿਸਾਨਾਂ ਦੇ ਕਰਜ਼ੇ 'ਚ ਮੋੜਤਾ ਜੀ, ਕਹਿੰਦੇ ਦੇਖੋ ਕਰਜ਼ਾ ਮਾਫ ਕਰਤਾ। ਸੋ ਇਸ ਕਰਕੇ ਇਨਕਮ ਨਹੀਂ ਬਣ ਰਹੀ। ਐਕਸਾਈਜ਼, ਸ਼ਰਾਬ, ਇਹਨਾਂ ਦੋਨਾਂ ਮਹਿਕਮਿਆਂ ਤੋਂ ਇਨਕਮ ਬਣਨੀ ਹੈ ਜਾਂ ਟੈਕਸ ਕਲੈਕਸ਼ਨਸ ਤੋਂ ਇਨਕਮ ਬਣਨੀ ਹੈ। ਹੁਣ ਇਕੱਲੇ ਮੀਟਿੰਗ ਕਰਨਾ ਤੇ ਭਗਵੰਤ ਮਾਨ ਨੂੰ ਨਾ ਸੱਦਣਾ, ਇਹਦੇ ਪਿੱਛੇ ਤੁਹਾਨੂੰ ਸਿਆਸੀ ਕਾਰਨ ਵੀ ਦਿਖਦਾ ਕੋਈ? ਦੇਖੋ ਬਿਲਕੁਲ ਡੱਲਾ ਜੀ, ਇਹਦੇ ਪਿੱਛੇ ਸਿਆਸੀ ਕਾਰਨ ਹੋ ਸਕਦੇ ਆ, ਇਹਦੇ ਪਿੱਛੇ ਹੋਰ ਕਈ ਕਾਰਨ ਹੋ ਸਕਦੇ ਆ, ਜਿਸ ਦਾ ਸਪਸ਼ਟੀਕਰਨ ਨਾ ਕੇਵਲ ਅਰਵਿੰਦ ਕੇਜਰੀਵਾਲ ਨੂੰ ਦੇਣਾ ਚਾਹੀਦਾ ਬਲਕਿ ਭਗਵੰਤ ਮਾਨ ਹੋਣਾ ਨੂੰ ਵੀ ਦੇਣਾ ਚਾਹੀਦਾ। ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਖਦਸ਼ੇ ਪੈਦਾ ਹੋ ਗਏ ਆ, ਇੱਥੋਂ ਦੀ ਪੋਲੀਟੀਕਲ ਪਾਰਟੀਆਂ ਹੋਣ ਜਾਂ ਹੋਰ ਬਹੁਤ ਸੰਸਥਾਵਾਂ ਹੋਣ। ਅਸੀਂ ਤਾਂ ਪਹਿਲਾਂ ਹੀ ਇਸ ਮਾਰ ਝੱਲ ਰਹੇ ਹਾਂ ਇਸ ਚੀਜ਼ ਦੀ ਕਿ ਕਦੇ ਆ ਕੇ ਚੰਡੀਗੜ੍ਹ ਦੇ ਵਿੱਚ ਅਮਿਤ ਸ਼ਾਹ ਜਿਹੜੇ ਗ੍ਰਹਿ ਮੰਤਰੀ ਆ ਉਹ ਐਲਾਨ ਕਰ ਜਾਂਦੇ ਨੇ
ਕਿ ਇੱਥੇ ਸੈਂਟਰਲ ਸਰਵਿਸਿਜ਼ ਰੂਲਸ ਜਿਹੜੇ ਲਾਗੂ ਹੋਣਗੇ। ਕਦੇ CSF ਲਗਾ ਦਿੱਤੀ ਜਾਂਦੀ ਹੈ ਡੈਮਸ ਦੇ ਉੱਤੇ, ਹਾਲਾਂਕਿ ਡੈਮ ਸੇਫਟੀ ਐਕਟ ਜਿਹੜਾ ਬਿੱਲ ਹੈਗਾ ਉਹ ਪਹਿਲਾਂ ਬਣ ਚੁੱਕਾ, ਤੇ ਕਦੇ ਇਹ ਕਿਹਾ ਜਾਂਦਾ ਕਿ ਚੰਡੀਗੜ੍ਹ ਤੁਹਾਡਾ ਨਹੀਂ ਹੈ। ਬਹੁਤ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ। ਸੋ ਅਸੀਂ ਤਾਂ ਉਹਨਾਂ ਚੀਜ਼ਾਂ ਦੇ ਨਾਲ ਹਜੇ ਲੜਨਾ ਸੀ। ਪਾਣੀਆਂ ਦਾ ਮੁੱਦਾ ਜਿਹੜਾ ਉਹ ਅਲੱਗ ਆ, ਔਰ ਦੂਸਰੇ ਪਾਸੇ ਇਹ ਲੜਾਈ ਹੋਗੀ ਪਿਛਲੇ ਦਿਨਾਂ ਦੇ ਵਿੱਚ ਵੀ। ਤੁਸੀਂ ਦੇਖੋ ਜਦੋਂ ਭਗਵੰਤ ਮਾਨ ਲਗਾਤਾਰ ਗਵਰਨਰ ਦੇ ਨਾਲ, ਜਿਹੜੇ ਪੰਜਾਬ ਦੇ ਗਵਰਨਰ ਨੇ ਬਨਵਾਰੀ ਲਾਲ ਪੁਰੋਹਿਤ, ਉਹਨਾਂ ਦੇ ਨਾਲ ਸਰਹੱਦੀ ਇਲਾਕਿਆਂ ਦਾ ਦੌਰਾ ਕਰਦੇ ਆ ਪੰਜਾਬ ਦਾ, ਸਵਾਲ ਤਾਂ ਉਦੋਂ ਵੀ ਉੱਠੇ ਸੀ ਕਿ ਠੀਕ ਹੈ ਗਵਰਨਰ ਦਾ ਇੱਕ ਆਪਣਾ ਕਨਸਟੀਟਿਊਸ਼ਨਲ ਅਧਿਕਾਰ ਆ, ਉਹਨਾਂ ਦਾ ਇੱਕ ਕਨਸਟੀਟਿਊਸ਼ਨਲ ਪਦ ਆ, ਲੇਕਿਨ ਨਾਲ ਦੀ ਨਾਲ ਜਿਹੜਾ ਐਗਜ਼ੈਕਟਿਵ ਪਾਵਰ ਆ ਉਹ ਸਾਰੀ ਉਹ ਚੀਫ ਮਿਨਿਸਟਰ ਦੇ ਕੋਲੇ ਆ, ਤੇ ਜਿਹੜਾ ਗਵਰਨਰ ਨੇ ਉਹ ਕਾਉਂਸਲ ਆਫ ਮਿਨਿਸਟਰਸ ਦੇ ਐਡਵਾਈਸ ਤੇ ਹੀ ਚੱਲਣਾ ਹੁੰਦਾ, ਜਿਹਨੂੰ ਕਿ ਇੱਕ ਮੁੱਖ ਮੰਤਰੀ ਹੈਡ ਕਰਦਾ। ਇਹ ਗੱਲ ਨਹੀਂ ਭੁੱਲਣੀ ਚਾਹੀਦੀ। ਖੈਰ ਉਹ ਸਵਾਲ ਬਾਅਦ ਦੇ ਵਿੱਚ ਉਸ ਨੂੰ ਵੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਆਮ ਆਦਮੀ ਪਾਰਟੀ ਨੇ, ਕਹਿੰਦੇ ਕੋਈ ਗੱਲ ਨਹੀਂ ਜੀ, ਆਪਸ ਚ ਮਿਲ ਕੇ ਚੱਲਣ ਦੇ ਨਾਲ ਕੁਝ ਨਹੀਂ ਹੁੰਦਾ। ਇਸ ਗੱਲ ਤੇ ਖੈਰ ਮੈਂ ਬਾਅਦ ਚ ਆਊਂਗਾ, ਲੇਕਿਨ ਜਿਹੜੀ ਤੁਹਾਡਾ ਮੂਲ ਮੁੱਦਾ ਹੈ ਕਿ ਅਰਵਿੰਦ ਕੇਜਰੀਵਾਲ, ਦੇਖੋ ਇੱਕ ਗੱਲ ਬਿਲਕੁਲ ਸਪਸ਼ਟ ਆ, ਇਹ ਜਿਹੜੀ ਮੀਟਿੰਗ ਸੀ ਉਹਨਾਂ ਦੀ, ਸਭ ਤੋਂ ਪਹਿਲਾਂ ਤਾਂ ਇਹ ਦੱਸਾਂ ਕਿ ਅੱਜ ਦੀ ਤਾਰੀਖ ਦੇ ਵਿੱਚ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਆ, ਉਹਨਾਂ ਦੀ ਰਾਸ਼ਟਰਪਤੀ ਦੇ ਨਾਲ ਮੀਟਿੰਗ ਤੈਅ ਸੀ, ਇੱਕ ਪ੍ਰੋਟੋਕਾਲ ਹੁੰਦਾ। ਇਸੇ ਤਰ੍ਹਾਂ ਉਹਨਾਂ ਨੇ ਉਪ ਰਾਸ਼ਟਰਪਤੀ ਨੂੰ ਵੀ ਮਿਲਣਾ ਸੀ। ਪਹਿਲਾਂ ਉਹ ਪ੍ਰੈਜ਼ੀਡੈਂਟ ਨੂੰ ਮਿਲ ਜਾਂਦੇ ਨੇ, ਫਿਰ ਵਾਈਸ ਪ੍ਰੈਜ਼ੀਡੈਂਟ ਨੂੰ ਮਿਲ ਜਾਂਦੇ ਨੇ। ਕਹਿਣ ਦਾ ਮਤਲਬ ਕਿ ਇਹ ਤਾਂ ਪਹਿਲਾਂ ਹੀ ਸਾਰਾ ਸ਼ੈਡਿਊਲਡ ਹੋਣਾ। ਜਦੋਂ ਇਹ ਸਾਰੀਆਂ ਮੀਟਿੰਗਾਂ ਪਹਿਲਾਂ ਹੀ ਤੈਅ ਸੀ, ਤੇ ਫਿਰ ਅਰਵਿੰਦ ਕੇਜਰੀਵਾਲ ਹੋਣਾ ਨੂੰ ਕਿਹੜੀ ਇੰਨੀ ਕਾਹਲੀ ਸੀ ਕਿ ਉਸੇ ਦਿਨ ਉਸੇ ਟਾਈਮ ਤੇ ਉਹ ਮੀਟਿੰਗਾਂ ਜਿਹੜੀਆਂ ਪੰਜਾਬ ਦੇ ਅਫਸਰਾਂ ਦੀ ਸੱਦ ਲੈਂਦੇ। ਇਸ ਚੀਜ਼ ਦੀ ਵੇਟ ਵੀ ਕੀਤੀ ਜਾ ਸਕਦੀ, ਉਸੇ ਮੀਟਿੰਗ ਦੇ ਵਿੱਚ ਉਹਨਾਂ ਨੂੰ ਵੀ ਸ਼ਾਮਿਲ ਕੀਤਾ ਜਾਣਾ ਚਾਹੀਦਾ ਸੀ, ਭਗਵੰਤ ਮਾਨ ਹੋਣਾ ਨੂੰ। ਤੇ ਜਿਸ ਤਰ੍ਹਾਂ ਮੈਂ ਬਾਰ-ਬਾਰ ਕਹਿ ਰਿਹਾ ਕਿ ਜਿਹੜੇ ਪੰਜਾਬ ਦੇ ਪਾਵਰ ਮਿਨਿਸਟਰ ਨੇ, ਜੇ ਤੁਸੀਂ ਵਾਕਿਆ ਹੀ ਬਿਜਲੀ ਤੇ ਹੀ ਮੀਟਿੰਗ ਕਰ ਰਹੇ ਹੋ ਜਾਂ ਬਿਜਲੀ ਦੇ ਮੁੱਦੇ ਤੇ, ਫਿਰ ਪੰਜਾਬ ਦੇ ਜਿਹੜੇ ਪਾਵਰ ਮਿਨਿਸਟਰ ਨੇ ਹਰਭਜਨ ਸਿੰਘ ETO, ਉਹ ਕਿੱਥੇ ਆ? ਸੋ ਸਾਰਾ ਕੁਝ ਤਾਂ ਤੁਹਾਨੂੰ ਪਤਾ ਸੀ। ਇਹ ਤਾਂ ਹੋਇਆ ਨਹੀਂ ਕਿ ਅਚਾਨਕ ਉਹਨਾਂ ਨੂੰ ਜਾਣਾ ਪੈ ਗਿਆ ਪ੍ਰੈਜ਼ੀਡੈਂਟ ਨੂੰ ਮਿਲਣ, ਜਾਂ ਅਚਾਨਕ ਉਹਨਾਂ ਨੂੰ ਮਿਲਣ ਜਾਣਾ ਪਿਆ ਵਾਈਸ ਪ੍ਰੈਜ਼ੀਡੈਂਟ ਨੂੰ। ਸੋ ਬਿਲਕੁਲ ਤੁਹਾਡੀ ਗੱਲ ਠੀਕ ਹੈ, ਉਹ ਇੱਕ ਸੰਦੇਸ਼ ਵੀ ਦੇਣਾ ਚਾਹੁੰਦੇ ਕਿ ਸਰਕਾਰ ਜੇ ਕੁਝ ਚੰਗਾ ਹੁੰਦਾ ਤੇ ਅਸੀਂ ਉਹ ਹੀ ਕਰ ਰਹੇ ਹਾਂ। ਇਹ ਬਾਰ-ਬਾਰ ਸੰਦੇਸ਼ ਆ ਰਿਹਾ, ਬਾਰ-ਬਾਰ। ਅੱਛਾ, ਕਿਉਂਕਿ ਰਾਜ ਸਭਾ ਦੇ ਤੁਹਾਨੂੰ ਯਾਦ ਹੋਣਾ ਜੀ, ਜਦੋਂ ਮੈਂਬਰਸ ਨੋਮੀਨੇਟ ਹੋਏ ਸੀ ਤੇ ਉਦੋਂ ਵੀ ਦਿੱਲੀ ਦਾ ਹੀ ਨਾਮ ਵੱਜਦਾ ਸੀ। ਮੈਨੂੰ ਲੱਗਦਾ ਇੱਕ ਬੜਾ ਹੀ ਜਿਹੜਾ ਹੈ ਇਹ ਚੰਗੀ ਪਿਰਤ ਨਹੀਂ ਆ, ਔਰ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਰੋਸ ਆ। ਔਰ ਡੱਲਾ ਜੀ, ਮੈਂ ਤੁਹਾਨੂੰ ਗੱਲ ਬੜੀ ਜ਼ਿੰਮੇਵਾਰੀ ਦੇ ਨਾਲ ਕਹਿਣਾ ਚਾਹੁੰਦਾ ਕਿ ਜੇ ਕੱਲ ਨੂੰ ਇਸੇ ਤਰ੍ਹਾਂ ਦੀਆਂ ਸਥਿਤੀਆਂ ਰਹਿੰਦੀਆਂ ਤੇ ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਹੋਣਾ ਪੈਣਾ, ਔਰ ਪੰਜਾਬ ਦੇ ਲੋਕ ਭਗਵੰਤ ਮਾਨ ਹੋਣਾ ਦੇ ਨਾਲ ਖੜੇ ਹੋਣਗੇ। ਕਿਉਂਕਿ ਜੇ ਇਹਦੇ ਨਾਲ ਇਹਨਾਂ ਦੇ ਡਿਫਰੈਂਸਿਸ ਵੀ ਆ ਜਾਂਦੇ ਨੇ ਅਰਵਿੰਦ ਕੇਜਰੀਵਾਲ ਨਾਲ, ਤੇ ਪੰਜਾਬ ਦੇ ਲੋਕ ਭਗਵੰਤ ਮਾਨ ਹੋਣਾ ਨੂੰ ਸਪੋਰਟ ਕਰਨਗੇ। ਪਰ ਜੇ ਅਰਵਿੰਦ ਕੇਜਰੀਵਾਲ ਇਸ ਤਰ੍ਹਾਂ ਹੀ ਕਰਦੇ ਰਹਿਣਗੇ, ਪੰਜਾਬ ਦੇ ਅਧਿਕਾਰਾਂ ਤੇ ਕਦੇ ਉੱਥੇ ਮੀਟਿੰਗਾਂ ਬੁਲਾ ਲੀਆਂ, ਦੇਖੋ ਕਦੇ ਮੈਂ ਇਦਾਂ ਸੁਣਿਆ ਨਹੀਂ, ਚਾਹੇ ਉਹ ਕਨਵੀਨਰ ਨੇ ਦਿੱਲੀ ਦੇ ਮੁੱਖ ਮੰਤਰੀ, ਕਦੇ ਤੁਸੀਂ ਸੁਣਿਆ ਕਿ ਕਾਂਗਰਸ ਨੇ ਜਾਂ ਸੋਨੀਆ ਗਾਂਧੀ ਨੇ, ਪ੍ਰਿਯੰਕਾ ਗਾਂਧੀ ਨੇ ਚੀਫ ਸੈਕਟਰੀ ਬੁਲਾ ਲਿਆ, ਜਾਂ ਇੱਥੋਂ ਦਾ ਪਾਵਰ ਮਿਨਿਸਟਰ ਬੁਲਾ ਲਿਆ, ਪਾਵਰ ਸੈਕਟਰੀ ਬੁਲਾ ਲਿਆ? ਮੈਂ ਤਾਂ ਨਹੀਂ ਇਸ ਤਰ੍ਹਾਂ ਦਾ ਸੁਣਿਆ ਜੀ। ਚਰਨਜੀਤ ਚੰਨੀ ਦੇ ਨਾਲ ਅਫਸਰ ਜਾਂਦੇ ਰਹੇ ਨੇ, ਪਰ ਉਹ ਚਰਨਜੀਤ ਚੰਨੀ ਦੇ ਹੈਲੀਕਾਪਟਰ 'ਚ ਚਰਨਜੀਤ ਚੰਨੀ ਦੇ ਨਾਲ ਜਾਂਦੇ ਰਹੇ ਨੇ। ਜੀ ਜੀ ਜੀ, ਬਿਲਕੁਲ, ਉਹ ਚਰਨਜੀਤ ਚੰਨੀ ਦੇ ਨਾਲ ਜਾਂਦੇ ਰਹੇ ਨੇ, ਕਿਉਂਕਿ ਕੋਈ ਆਰਡਰ ਅਗਰ ਕਰਾਣੇ ਨੇ ਮੁੱਖ ਮੰਤਰੀ ਤੋਂ ਤੇ ਉਹ ਅਫਸਰਾਂ ਨੇ ਆਰਡਰ ਕਰਨੇ ਨੇ, ਪਰ ਉਹ ਮੁੱਖ ਮੰਤਰੀ ਦੀ ਮਨਜ਼ੂਰੀ ਜ਼ਰੂਰੀ ਹੈ। ਬਿਲਕੁਲ। ਚੀਫ ਸੈਕਟਰੀ ਵੀ ਕਈ ਵਾਰੀ ਰਾਹੁਲ ਗਾਂਧੀ ਦੇ ਨੂੰ ਮਿਲਣ ਗਏ ਨੇ, ਜਦੋਂ ਚਰਨਜੀਤ ਚੰਨੀ ਨਾਲ ਲੈ ਕੇ ਗਏ ਨੇ। ਮੇਰਾ ਖਿਆਲ ਹੈ ਚੀਫ ਸੈਕਟਰੀ ਹੀ ਗਏ ਨੇ, ਜਾਂ ਕੋਈ ਹੋਰ ਪ੍ਰਿੰਸੀਪਲ ਸੈਕਟਰੀ ਗਏ ਹੋਣਗੇ। ਅਸੀਂ ਦੇਖਿਆ ਜਹਾਜ਼ ਦੇ ਵਿੱਚੋਂ ਜਾਂਦੇ, ਪਰ ਉਹ ਮੁੱਖ ਮੰਤਰੀ ਨਾਲ ਗਏ ਨੇ। ਅੱਜ ਤੱਕ ਮੈਂ ਇਹ ਨਹੀਂ ਦੇਖਿਆ ਕਿ ਅਕਾਲੀ ਭਾਜਪਾ ਦੀ ਸਰਕਾਰ ਸੀ, ਕਦੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਮੀਟਿੰਗ ਕੀਤੀ ਹੋਵੇ, ਜਾਂ BJP ਦੇ ਰਾਜ 'ਚ ਜਦੋਂ ਮੋਦੀ ਸਾਹਿਬ ਮੁੱਖ ਮੰਤਰੀ ਬਣ ਗਏ ਸੀ, ਉਦੋਂ ਉਹਨਾਂ ਨੇ ਅਕਾਲੀ ਭਾਜਪਾ ਦੇ ਮੰਤਰੀਆਂ ਦੀ, ਅਫਸਰਾਂ ਦੀ ਮੀਟਿੰਗ ਸਿੱਧੀ ਕੀਤੀ ਹੋਵੇ। ਠੀਕ ਹੈ, ਮੈਂ ਕਹਿੰਦਾ ਅਗਰ ਪਬਲਿਕਲੀ ਅਨਾਉਂਸ ਕਰ ਦਿੱਤਾ ਜਾਂਦਾ, ਭਗਵੰਤ ਮਾਨ ਆਪਣੀ ਸਹਿਮਤੀ ਦੇ ਦਿੰਦੇ। ਦੇਖੋ ਜਿਹੜੇ ਸਾਡੇ ਬਿਜਲੀ ਬੋਰਡਾਂ ਦੇ ਅਫਸਰ ਨੇ, ਇਹ ਵੱਡੇ ਵੱਡੇ ਉਦਯੋਗਪਤੀਆਂ ਨਾਲ ਵੀ ਮੀਟਿੰਗ ਕਰਦੇ ਨੇ, ਇਹ ਮੀਟਿੰਗਾਂ ਹੁੰਦੀਆਂ ਨੇ। ਇਹ ਮੀਟਿੰਗਾਂ ਇਹੋ ਜਿਹੀ ਗੱਲ ਨਹੀਂ, ਪਰ ਇੱਕ ਦੂਜੇ ਸੂਬੇ ਦੇ ਮੁੱਖ ਮੰਤਰੀ ਦਾ ਮੀਟਿੰਗ ਕਰਨਾ ਸਾਡੇ ਮੁੱਖ ਮੰਤਰੀ ਦੀ ਗੈਰ ਹਾਜ਼ਰੀ 'ਚ, ਸਵਾਲ ਇਹ ਹੈ ਅਗਰ ਉਹ ਅਨਾਉਂਸ ਕਰ ਦਿੰਦੇ ਹੁੰਦੇ, ਪਬਲਿਕ ਡੋਮੇਨ 'ਚ ਲਿਆਉਂਦੇ, ਮੈਨੂੰ ਲੱਗਦਾ ਜਦੋਂ ਗੱਲ ਮੀਡੀਆ 'ਚ ਆ ਗਈ ਉਸ ਤੋਂ ਬਾਅਦ ਦੱਸਿਆ ਗਿਆ ਕਿ ਕੋਈ ਅਜਿਹੀ ਮੀਟਿੰਗ ਹੋਈ ਹੈ ਵੀ ਅਸੀਂ ਬਿਜਲੀ ਦੇ ਮੁੱਦੇ ਤੇ ਕਰ ਰਹੇ ਸੀ ਜਾਂ ਇਸ ਮੁੱਦੇ ਤੇ ਕਰ ਰਹੇ ਸੀ। ਅਗਰ ਪਹਿਲਾਂ ਹੀ ਦੱਸ ਦਿੱਤਾ ਜਾਂਦਾ, ਫਿਰ ਵੀ ਉਹਦੇ ਨਾਲ ਜਿਹੜੀ ਸ਼ੱਕ ਤੇ ਡਰ ਦੀ ਗੁੰਜਾਇਸ਼ ਹੈ ਘਟ ਜਾਂਦੀ ਹੈ। ਕੋਈ ਕੰਧ ਟੱਪ ਕੇ ਆਵੇ ਤੇ ਸ਼ੱਕ ਬਣਦਾ ਹੈ, ਜੇ ਕੋਈ ਗੇਟ ਖੋਲ ਕੇ ਆਊਗਾ ਤੇ ਫਿਰ ਗੁੰਜਾਇਸ਼ ਸ਼ੱਕ ਦੀ ਨਹੀਂ ਰਹਿੰਦੀ। ਦੇਖੋ ਇਸ ਕਰਕੇ ਹੁਣ ਗੱਲ ਇਹ ਹੈ ਵੀ ਭਗਵੰਤ ਮਾਨ ਕਿੱਥੇ ਸਟੈਂਡ ਕਰਦੇ ਨੇ।
ਭਗਵੰਤ ਮਾਨ ਬਹੁਤ ਮੁਹੱਬਤ ਕਰਦੇ ਨੇ ਅਰਵਿੰਦ ਕੇਜਰੀਵਾਲ ਨੂੰ। ਅਰਵਿੰਦ ਕੇਜਰੀਵਾਲ ਨੇ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ, ਕੋਈ ਸ਼ੱਕ ਨਹੀਂ। ਅਰਵਿੰਦ ਕੇਜਰੀਵਾਲ ਦੇਸ਼ 'ਚ ਬਦਲਦੀ ਸਿਆਸਤ ਦਾ ਇੱਕ ਵੱਡਾ ਬ੍ਰਾਂਡ ਹੈ, ਵੱਡਾ ਬ੍ਰਾਂਡ ਹੈ। ਨਰਿੰਦਰ ਮੋਦੀ ਤੋਂ ਬਾਅਦ ਅੱਜ ਦੇਸ਼ 'ਚ ਜੇ ਕੋਈ ਬਦਲਦੀ ਸਿਆਸਤ ਦਾ ਬ੍ਰਾਂਡ ਹੈ ਜਿਹੜਾ ਸੱਤਾ 'ਚ ਹੈ ਤੇ ਉਹ ਅਰਵਿੰਦ ਕੇਜਰੀਵਾਲ ਹੈ, ਇਹਦੇ 'ਚ ਵੀ ਕੋਈ ਦੋ ਰਾਏ ਨਹੀਂ ਹੈ। ਪਰ ਇਸ ਸਭ ਦੇ ਬਾਵਜੂਦ ਇੱਕ ਸੂਬੇ ਦੇ ਮੁੱਖ ਮੰਤਰੀ ਨੂੰ ਇਹਦੇ ਪਿੱਛੇ ਕਾਰਨ ਕੀ ਹੈ ਨਾ ਸੱਦਣਾ। ਹੁਣ ਸਵਾਲ ਇਹ ਹੈ ਕਿ ਕਈ ਫੈਸਲੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ, ਨੌਕਰੀਆਂ ਦੇ, ਉਹਦੇ ਲਈ ਭਗਵੰਤ ਮਾਨ ਸਮਾਂ ਮੰਗ ਰਿਹਾ। ਕੱਲ ਭਗਵੰਤ ਮਾਨ ਨੇ ਪੋਸਟ ਪਾਈ ਵੀ ਪੰਜਾਬੀਓ ਮੈਨੂੰ ਸਮਾਂ ਦਿਓ, ਰੰਗਲਾ ਪੰਜਾਬ ਬਣਾਉਣ ਲਈ ਵਕਤ ਚਾਹੀਦਾ ਹੈ। ਤੇ ਜਿਹੜੇ ਐਡਮਿਨਿਸਟ੍ਰੇਟਿਵ ਫੈਸਲੇ ਨੇ, 300 ਯੂਨਿਟ ਬਿਜਲੀ ਮੁਫਤ ਕਰਨੀ ਹੈ ਤੇ ਸਰਕਾਰ ਇੱਕ ਹੁਕਮ ਨਾਲ ਕਰ ਸਕਦੀ ਹੈ। ਸਰਕਾਰ ਟੈਰਿਫ ਆਰਡਰ ਦੇ ਸਕਦੀ ਹੈ ਪਾਵਰਕਾਮ ਨੂੰ ਕਿ ਸਰਕਾਰ ਪੈਸੇ ਦਊਗੀ, ਤੁਸੀਂ ਸਬਸਿਡੀ ਦੇਣੀ ਸਟਾਰਟ ਕਰੋ। ਕੱਚੇ ਮੁਲਾਜ਼ਮ ਉਸ ਤਰ੍ਹਾਂ ਭਰਤੀ ਨਹੀਂ ਹੋ ਸਕਦੇ, ਉਹ ਔਖਾ ਫੈਸਲਾ ਹੈ। ਨੌਕਰੀਆਂ ਰਾਤੋਂ ਰਾਤ ਨਹੀਂ ਦਿੱਤੀਆਂ ਜਾ ਸਕਦੀਆਂ, ਔਖਾ ਫੈਸਲਾ ਹੈ। ਇਹਦਾ ਮਤਲਬ ਹੈ ਵੀ 300 ਯੂਨਿਟ ਦੇ ਨਾਲ ਇੱਕ ਅਜਿਹਾ ਫੈਸਲਾ ਕਰਨਾ ਚਾਹ ਰਹੇ ਨੇ ਅਰਵਿੰਦ ਕੇਜਰੀਵਾਲ ਕਿ ਸਾਨੂੰ ਸਿੱਧੇ ਤੌਰ ਤੇ ਹਿਮਾਚਲ ਤੇ ਗੁਜਰਾਤ 'ਚ ਵੀ ਉਹਦਾ ਬੈਨੀਫਿਟ ਮਿਲ ਜੇ ਵੀ ਸਾਡੀ ਸਰਕਾਰ ਆਉਂਦੇ ਹੀ ਅਸੀਂ 300 ਯੂਨਿਟ ਮੁਫਤ ਬਿਜਲੀ ਕਰਤੀ। ਦੇਖੋ, ਬਿਜਲੀ ਤੁਸੀਂ ਪੂਰੀ ਬਿਜਲੀ ਮੁਫਤ ਕਰ ਸਕਦੇ ਹੋ। ਜੇ ਸਾਡੇ ਕਿਸਾਨਾਂ ਨੂੰ ਬਿਜਲੀ ਮੁਫਤ ਹੋ ਸਕਦੀ ਹੈ ਤੇ ਡੋਮੈਸਟਿਕ ਖੇਤਰ 'ਚ ਵੀ ਬਿਜਲੀ ਮੁਫਤ ਹੋ ਸਕਦੀ ਹੈ, ਪਰ ਪੈਸੇ ਤਾਂ ਸਰਕਾਰ ਨੇ ਦੇਣੇ ਆ ਨਾ। ਜਿਹੜੀ 300 ਯੂਨਿਟ ਕਿਸਾਨਾਂ ਦੀ ਬਿਜਲੀ ਮੁਫਤ ਹੈ ਉਹਦੇ ਪੈਸੇ ਵੀ ਤਾਂ ਸਰਕਾਰ ਦਿੰਦੀ। ਜੇ 300 ਯੂਨਿਟ ਬਿਜਲੀ ਮੁਫਤ ਹੋਊ ਉਹਦੇ ਪੈਸੇ ਵੀ ਸਰਕਾਰ ਨੂੰ ਦੇਣੇ ਪੈਣੇ। ਸਵਾਲ ਗਰੰਟੀਆਂ ਪੂਰੀਆਂ ਕਰਨ ਦਾ ਮੁਫਤ ਦੇ ਕੇ ਨਹੀਂ ਹੈ, ਸਵਾਲ ਗਰੰਟੀਆਂ ਪੂਰੀਆਂ ਕਰਨ ਦਾ ਇਹ ਹੈ ਕਿ ਤੁਸੀਂ ਪੈਸੇ ਕਿੱਥੋਂ ਲਿਆਂਦੇ। ਰੰਧਾਵਾ ਜੀ ਕਿਵੇਂ ਦੇਖਦੇ ਹੋ ਇਸ ਸਵਾਲ ਨੂੰ? ਬਿਲਕੁਲ ਠੀਕ ਹੈ ਡੱਲਾ ਜੀ। ਸਵਾਲ ਦੇਖੋ, ਇਹਦੇ ਪਿੱਛੇ ਜਿਹੜੀ ਸਾਡਾ ਇਕਨੋਮੀ ਆ ਜਾਂ ਜਿਸ ਤਰ੍ਹਾਂ ਜਿਹੜੇ ਅਰਥ ਸ਼ਾਸਤਰੀ ਆ ਉਹ ਇਸ ਮਾਮਲੇ ਨੂੰ ਕਿਸ ਤਰ੍ਹਾਂ ਸੁਲਝਾਉਂਦੇ ਨੇ। ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਇਸ ਟਾਈਮ ਬਹੁਤ ਵਿੱਤੀ ਸੰਕਟ ਚੋਂ ਲੰਘ ਰਿਹਾ, ਔਰ ਜਿਸ ਤਰ੍ਹਾਂ ਦਾ ਕਰਜ਼ੇ ਨੂੰ ਲੈ ਕੇ, ਫਿਸਕਲ ਡੈਫਿਸਿਟ ਨੂੰ ਲੈ ਕੇ, ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਕਿਸੇ ਦਿਨ ਅਸੀਂ ਇਕਨੋਮੀ ਨੂੰ ਲੈ ਕੇ ਜ਼ਰੂਰ ਡਿਸਕਸ ਕਰਾਂਗੇ। ਪਰ ਜਿਹੜੀ ਤੁਸੀਂ ਇੱਕ ਗੱਲ ਕਹੀ ਆ ਕਿ ਜੇ ਉਹ ਗੁਜਰਾਤ ਭਗਵੰਤ ਮਾਨ ਨੂੰ ਲੈ ਕੇ ਜਾ ਸਕਦੇ ਨੇ ਜਾਂ ਹਿਮਾਚਲ ਪ੍ਰਦੇਸ਼ ਨਾਲ ਇਕੱਠੇ ਟਰੈਵਲ ਕਰਦੇ ਨੇ, ਉਸ ਤੋਂ ਬਾਅਦ ਰੋਡ ਸ਼ੋਅ ਕਰਦੇ ਆ, ਇੱਥੇ ਕੀ ਗੱਲ ਸੀ? ਇੱਥੇ ਮੀਟਿੰਗ ਇਕੱਠੀ ਕਿਉਂ ਨਹੀਂ ਕਰ ਸਕੇ? ਔਰ ਦੂਸਰੀ ਗੱਲ ਤੁਸੀਂ ਦੇਖੋ, ਉੱਥੇ ਜਾ ਕੇ ਵੀ ਪ੍ਰਚਾਰ ਇਹ ਕਰਦੇ ਆ ਅਰਵਿੰਦ ਕੇਜਰੀਵਾਲ ਕਿ ਅਸੀਂ 10 ਦਿਨਾਂ ਦੇ ਅੰਦਰ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਖਤਮ ਕਰਤਾ। ਦਰਅਸਲ ਗੱਲ ਇਹ ਆ ਕਿ ਮੈਨੂੰ ਲੱਗਦਾ ਅੱਖ ਪੰਜਾਬ ਤੇ ਆ, ਲੇਕਿਨ ਜਿਹੜੀਆਂ ਚੋਣਾਂ ਜਿੱਤਣਾ ਚਾਹੁੰਦੇ ਆ ਉਹ ਗੁਜਰਾਤ ਤੇ ਹਿਮਾਚਲ ਦੇ ਵਿੱਚ ਜਿੱਤਣਾ ਚਾਹੁੰਦੇ ਆ, ਤੇ ਇਸੇ ਤਰ੍ਹਾਂ ਉਹ ਨੈਸ਼ਨਲ ਲੈਵਲ ਤੇ ਆਪਣੇ ਆਪ ਨੂੰ ਸਥਾਪਿਤ ਕਰਨਾ ਚਾਹੁੰਦੇ ਆ। ਪਰ ਇਹਦੇ ਨਾਲ ਜਿਸ ਤਰ੍ਹਾਂ ਦੀ ਉਹ ਪਿਰਤ ਪਾ ਰਿਹਾ, ਜਿਸ ਤਰ੍ਹਾਂ ਦਾ ਪ੍ਰੈਸੀਡੈਂਟ ਸੈੱਟ ਕਰ ਰਿਹਾ, ਉਹ ਬਹੁਤ ਮਾੜਾ। ਹੁਣ ਤੁਸੀਂ ਦੇਖੋ, ਅੱਜ ਭਗਵੰਤ ਮਾਨ ਹੁਣ ਸਾਰਿਆਂ ਨੂੰ ਮਿਲ ਕੇ, ਪ੍ਰੈਜ਼ੀਡੈਂਟ ਨੂੰ, ਵਾਈਸ ਪ੍ਰੈਜ਼ੀਡੈਂਟ ਨੂੰ ਮਿਲ ਕੇ ਬਾਅਦ ਚ ਅਰਵਿੰਦ ਕੇਜਰੀਵਾਲ ਨੂੰ ਮਿਲ ਜਾਂਦੇ ਆ। ਜਿਸ ਤਰ੍ਹਾਂ ਦੇ ਸਵਾਲ ਖੜੇ ਹੋਏ ਨੇ, ਜਿਸ ਤਰ੍ਹਾਂ ਦੀਆਂ ਆਲੋਚਨਾਵਾਂ ਹੋ ਰਹੀਆਂ ਨੇ, ਮੈਨੂੰ ਲੱਗਦਾ ਬਿਲਕੁਲ ਭਗਵੰਤ ਮਾਨ ਕਹਿਣਗੇ ਇਹ ਤਾਂ ਸਾਰੀ ਮੀਟਿੰਗ ਮੇਰੀ ਮਰਜ਼ੀ ਨਾਲ ਹੀ ਹੋਈ ਆ। ਉਹ ਕਹਿ ਨਹੀਂ ਸਕਦੇ ਕਿ ਇਹ ਮੇਰੀ ਮਰਜ਼ੀ ਤੋਂ ਬਗੈਰ ਹੋਈ ਆ। ਮੈਨੂੰ ਯਾਦ ਆ ਜਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਨੂੰ ਜਿਹੜੇ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ MLA ਆ, ਜਦੋਂ ਉਹਨਾਂ ਨੂੰ ਜੁਆਇਨ ਕਰਵਾਇਆ ਗਿਆ ਸੀ ਤੇ ਭਗਵੰਤ ਮਾਨ ਹੋਣਾ ਨੂੰ ਪਤਾ ਵੀ ਨਹੀਂ ਸੀ। ਅਰਵਿੰਦ ਕੇਜਰੀਵਾਲ ਹੋਣਾ ਨੇ ਜੁਆਇਨ ਕਰਵਾ ਲਿਆ ਸੀ, ਪਰ ਉਹਨਾਂ ਨੂੰ ਬਾਅਦ ਚ ਕਹਿਣਾ ਪਿਆ ਕਿ ਜੀ ਇਹ ਤਾਂ ਮੇਰੀ ਮਰਜ਼ੀ ਦੇ ਨਾਲ ਜੁਆਇਨ ਕਰਵਾਇਆ ਗਿਆ ਤਾਂ ਕਿ ਪਾਰਟੀ ਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਰਿਫਟ ਨਾ ਦਿਖਾਈ ਦੇਵੇ, ਕਿਸੇ ਤਰ੍ਹਾਂ ਦਾ ਆਪਸ ਦੇ ਵਿੱਚ ਟਕਰਾਅ ਜਾਂ ਮਤਭੇਦ ਨਜ਼ਰ ਨਾ ਆਉਣ। ਸੋ ਇਹਨਾਂ ਚੀਜ਼ਾਂ ਦਾ ਡੱਲਾ ਜੀ ਮੈਨੂੰ ਲੱਗਦਾ ਬਹੁਤ ਖਿਆਲ ਰੱਖਣ ਦੀ ਲੋੜ ਆ। ਜੇ ਅੱਜ ਉਹ ਕਹਿ ਵੀ ਦਿੰਦੇ ਆ, ਅਰਵਿੰਦ ਕੇਜਰੀਵਾਲ ਨੂੰ ਜਸਟੀਫਾਈ ਵੀ ਕਰ ਦਿੰਦੇ ਆ, ਤਾਂ ਵੀ ਉਹਨਾਂ ਦੀ ਇਹ ਗੱਲ ਜਸਟੀਫਾਈ ਨਹੀਂ, ਕਿਉਂਕਿ ਭਗਵੰਤ ਮਾਨ ਤਾਂ ਚਲੇ ਗਏ। ਕੀ ਉਹਨਾਂ ਦੇ ਨਾਲ ਪਾਵਰ ਮਿਨਿਸਟਰ ਗਏ ਨੇ ਪੰਜਾਬ ਦੇ? ਉਹ ਨਹੀਂ ਸਾਨੂੰ ਹਜੇ ਤੱਕ ਪਤਾ। ਤੇ ਜੇ ਕੱਲ ਨੂੰ ਇਹ ਫੈਸਲਾ ਹੋ ਵੀ ਜਾਂਦਾ ਤਾਂ ਵੀ ਮੈਨੂੰ ਲੱਗਦਾ ਇਸ ਫੈਸਲੇ ਦੀ ਨਿਖੇਧੀ ਹੋਊਗੀ, ਕਿਉਂਕਿ ਪੰਜਾਬ ਦੀ ਅਣਦੇਖੀ ਗਈ ਹੈ। ਮੈਂ ਬਾਰ-ਬਾਰ ਉਹੀ ਗੱਲ ਕਰ ਰਿਹਾ, ਕਿਉਂਕਿ ਪੰਜਾਬ ਦੇ ਪਾਵਰ ਮਿਨਿਸਟਰ ਉਹਦੇ ਵਿੱਚ ਮੌਜੂਦ ਹੀ ਨਹੀਂ ਸੀ, ਤੇ ਕੱਲ ਨੂੰ ਲੋਕਾਂ ਨੇ ਉਹਨਾਂ ਨੂੰ ਵੀ ਪੁੱਛਣਾ ਕਿ ਤੁਹਾਨੂੰ ਕਿਉਂ ਨਹੀਂ ਬੁਲਾਇਆ ਗਿਆ, ਤੇ ਉਹਨਾਂ ਲਈ ਜਵਾਬ ਦੇਣੇ ਮੁਸ਼ਕਲ ਹੋ ਜਾਣੇ। ਜੀ ਡੱਲਾ ਜੀ, ਬਿਲਕੁਲ ਠੀਕ ਹੈ। ਔਰ ਆਉਂਦੇ ਦਿਨਾਂ 'ਚ ਜਿਹੜੀ ਸਿਆਸਤ ਹੋ ਰਹੀ ਹੈ, ਜਿਹੜੇ ਵਿਰੋਧੀ ਧਿਰਾਂ ਨੇ, ਸੁਖਬੀਰ ਬਾਦਲ ਨੇ, ਅਕਾਲੀ ਦਲ ਨੇ, ਕਾਂਗਰਸ ਨੇ, BJP ਹੈ, ਨਵਜੋਤ ਸਿੰਘ ਸਿੱਧੂ ਨੇ, ਭਾਰਤੀ ਜਨਤਾ ਪਾਰਟੀ ਹੈ, ਜਿਹੜਾ ਇਹਨਾਂ ਨੇ ਵਿਰੋਧ ਕੀਤਾ ਹੈ, ਇਹਨਾਂ ਨੇ ਟਵੀਟ ਕੀਤੇ ਨੇ, ਆਪਣੀ ਗੱਲ ਬੁਲੰਦ ਕੀਤੀ ਹੈ। ਸੁਖਪਾਲ ਖਹਿਰਾ ਸਭ ਤੋਂ ਪਹਿਲਾਂ ਅੱਗੇ ਆਏ। ਜੀ ਇਹਨਾਂ ਦੇ ਵਿਰੋਧ ਨੂੰ ਕਿਵੇਂ ਦੇਖਦੇ ਹੋ? ਇਹਨਾਂ ਦੇ ਵਿਰੋਧ ਨੂੰ ਕਿਵੇਂ ਦੇਖਦੇ ਹੋ? ਡੈਮੋਕ੍ਰੇਸੀ 'ਚ, ਪੰਜਾਬ 'ਚ ਇਹ ਪਿਰਤ, ਦੇਖੋ ਦੋ ਚੀਜ਼ਾਂ ਨੇ, ਕਿ ਇਹ ਪਿਰਤ ਜਾਰੀ ਰਵੇ, ਪਬਲਿਕਲੀ ਰਵੇ, ਲੁਕ ਛੁਪ ਕੇ ਕੁਛ ਨਾ ਹੋਵੇ ਤਾਂ ਮਨਜ਼ੂਰ ਹੈ, ਜਾਂ ਕਨਸਟੀਟਿਊਸ਼ਨਲੀ ਇਹ ਅਲਾਉਡ ਹੀ ਨਹੀਂ। ਇਹਦੇ ਤੇ ਜਿਹੜੇ ਸੰਵਿਧਾਨ ਐਕਸਪਰਟ ਨੇ, ਕਨਸਟੀਟਿਊਸ਼ਨ ਐਕਸਪਰਟ ਨੇ, ਮੈਨੂੰ ਲੱਗਦਾ ਉਹਨਾਂ ਦੀ ਵੀ ਕਲੈਰਿਟੀ ਆਊਗੀ ਆਉਂਦੇ ਸਮੇਂ ਦੇ ਵਿੱਚ। ਜੀ
ਦੇਖੋ ਡੱਲਾ ਜੀ, ਮੈਨੂੰ ਲੱਗਦਾ ਇਹਨਾਂ ਦਾ ਵਿਰੋਧ ਕਰਨਾ ਸਾਰੇ ਜਿਹੜੇ ਵਿਰੋਧੀ ਧਿਰ ਦੇ ਨੇਤਾ, ਚਾਹੇ ਸੁਖਪਾਲ ਸਿੰਘ ਖਹਿਰਾ ਹੋਣ, ਚਾਹੇ ਉਹ ਨਵਜੋਤ ਸਿੰਘ ਸਿੱਧੂ ਹੋਣ, ਚਾਹੇ ਪ੍ਰਤਾਪ ਸਿੰਘ ਬਾਜਵਾ ਹੋਣ, ਚਾਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਣ, ਚਾਹੇ ਭਾਰਤੀ ਜਨਤਾ ਪਾਰਟੀ ਦੇ ਲੀਡਰਸ ਨੇ, ਤੇ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ ਨੇ, ਸਾਰਿਆਂ ਨੇ ਇਹ ਗੱਲ ਕੀਤੀ। ਧਰਮਵੀਰ ਗਾਂਧੀ ਹੋਣਾ ਨੇ, ਜਿਹੜੇ ਸਾਬਕਾ MP ਨੇ ਪਟਿਆਲਾ ਤੋਂ, ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹ ਮੁੱਦਾ ਉਠਾਇਆ ਸੀ। ਮੈਨੂੰ ਪਤਾ ਕਿ ਉਹਨਾਂ ਨੇ ਫੇਸਬੁੱਕ ਤੇ ਆਪਣੀ ਪੋਸਟ ਲਿਖੀ ਸੀ। ਇਹ ਸਾਰੇ ਲੋਕਾਂ ਨੂੰ ਕਨਸਟੀਟਿਊਸ਼ਨਲੀ ਇਹ ਜਾਣਦੇ ਨੇ, ਸੰਵਿਧਾਨ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ, ਤੇ ਉਹਨਾਂ ਨੂੰ ਪਤਾ ਕਿ ਇਸ ਤਰ੍ਹਾਂ ਦਾ ਜਿਹੜਾ ਪ੍ਰੈਸੀਡੈਂਟ ਆ ਉਹ ਮਾੜਾ, ਕਿਉਂਕਿ ਇੱਕ ਵਾਰੀ ਜਦੋਂ ਪਿਰਤ ਪੈ ਜਾਂਦੀ ਹੈ, ਕਿਸੇ ਤਰ੍ਹਾਂ ਦਾ ਕੋਈ ਟ੍ਰੈਂਡ ਸ਼ੁਰੂ ਹੋ ਜਾਂਦਾ, ਤੇ ਉਹਨੂੰ ਮੋੜਨਾ ਜਾਂ ਵਾਪਸ ਉਹਨੂੰ ਠੱਲ ਪਾਉਣੀ ਬਹੁਤ ਮੁਸ਼ਕਲ ਹੋ ਜਾਂਦੀ ਹੈ। ਔਰ ਉਹਨੂੰ ਐਕਸਟਰਾ ਹੁੰਦਾ ਜੀ, ਅਗਰ ਇਹਨੂੰ ਜਸਟੀਫਾਈ ਕੀਤਾ ਜਾਂਦਾ ਹੈ ਵੀ ਇਹ ਠੀਕ ਸੀ, ਫਿਰ ਤਾਂ ਕੱਲ ਪ੍ਰਧਾਨ ਮੰਤਰੀ ਵੀ ਮੀਟਿੰਗ ਬੁਲਾ ਸਕਦੇ ਨੇ ਪੰਜਾਬ ਦੇ ਸਾਰੇ ਵੱਡੇ ਅਫਸਰਾਂ ਦੀ। ਰੰਧਾਵਾ ਜੀ, ਬਿਲਕੁਲ ਬਿਲਕੁਲ ਪ੍ਰਧਾਨ ਮੰਤਰੀ ਤਾਂ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜੀ, ਬਿਲਕੁਲ। ਔਰ ਮੈਨੂੰ ਲੱਗਦਾ ਉਹ ਜਸਟੀਫਾਈ ਤਾਂ ਜ਼ਰੂਰ ਕਰਨਗੇ, ਪਰ ਜਸਟੀਫਿਕੇਸ਼ਨ ਜਿਹੜੀ ਆ ਉਹ ਲੋਕਾਂ ਦੇ ਹਜ਼ਮ ਨਹੀਂ ਹੋਣੀ, ਲੋਕਾਂ ਨੇ ਉਸ ਚੀਜ਼ ਨੂੰ ਡਾਈਜੈਸਟ ਨਹੀਂ ਕਰਨਾ। ਤੇ ਫਿਰ ਕੱਲ ਨੂੰ ਜਦੋਂ ਪ੍ਰਧਾਨ ਮੰਤਰੀ ਬੁਲਾ ਲੈਣਗੇ ਕਿਸੇ ਮੀਟਿੰਗ ਪੰਜਾਬ ਦੇ ਅਫਸਰਾਂ ਦੀ, ਕੀ ਭਗਵੰਤ ਮਾਨ ਹੋਣਾ ਨੂੰ ਮਨਜ਼ੂਰ ਹੋਏਗਾ, ਜਾਂ ਅਰਵਿੰਦ ਕੇਜਰੀਵਾਲ ਹੋਣਾ ਨੂੰ ਮਨਜ਼ੂਰ ਹੋਏਗਾ, ਜਾਂ ਦਿੱਲੀ ਦੇ ਅਫਸਰਾਂ ਨੂੰ ਮੰਨ ਲਓ ਅਮਿਤ ਸ਼ਾਹ ਬੁਲਾ ਲੈਂਦੇ ਨੇ, ਜਾਂ ਹੋਰ ਕੋਈ ਜਿਹੜੇ ਸੀਨੀਅਰ ਮੰਤਰੀ ਆ ਭਾਜਪਾ ਦੇ ਜਾਂ ਕੇਂਦਰ ਸਰਕਾਰ ਦੇ, ਉਹ ਬੁਲਾ ਲੈਣਗੇ, ਕੀ ਉਹਨਾਂ ਨੂੰ ਮਨਜ਼ੂਰ ਹੋਏਗਾ? ਉਦੋਂ ਤਾਂ ਫਿਰ ਇਹਨਾਂ ਨੂੰ ਲੱਗੇਗਾ ਕਿ ਇਹ ਤਾਂ ਸੰਵਿਧਾਨ ਦੇ ਨਾਲ ਧੱਕਾ, ਜਾਂ ਸੰਵਿਧਾਨ ਦਾ ਜਿਹੜਾ ਫੋਲੋ ਨਹੀਂ ਕੀਤਾ ਜਾ ਰਿਹਾ। ਸੋ ਇਸ ਕਰਕੇ ਮੈਨੂੰ ਲੱਗਦਾ ਇਹ ਜਿਹੜੀ ਪਿਰਤ ਉਹਨਾਂ ਨੇ ਪਾਈ ਹੈ, ਜਾਂ ਜੋ ਵੀ ਮੀਟਿੰਗ ਬੁਲਾਈ ਆ, ਇਹਦਾ ਜਲਦੀ ਤੋਂ ਜਲਦੀ ਸਪਸ਼ਟੀਕਰਨ ਦੇਣਾ ਬਣਦਾ। ਤੇ ਉਹ ਮੈਂ ਤੁਹਾਡੀ ਗੱਲ ਨਾਲ 100% ਸਹਿਮਤ ਹਾਂ, ਤੇ ਉਹਨਾਂ ਸਾਰੇ ਨੇਤਾਵਾਂ ਨਾਲ, ਕਿ ਉਹਨਾਂ ਨੇ ਇਹ ਸਵਾਲ ਚੁੱਕੇ। ਐਟਲੀਸਟ ਮੈਨੂੰ ਲੱਗਦਾ ਬੜੀ ਟਾਈਮਿੰਗ ਇਹਦੀ ਬਿਲਕੁਲ ਠੀਕ ਹੈ। ਹੋ ਸਕਦਾ ਵਿਰੋਧੀ ਪਾਰਟੀਆਂ ਦੀ ਆਪਣੀ ਰਾਜਨੀਤੀ ਹੋਵੇ, ਪਰ ਮੈਨੂੰ ਲੱਗਦਾ ਇਹ ਸਵਾਲ ਜਿਹੜਾ ਉੱਠਣਾ ਲਾਜ਼ਮੀ ਸੀ, ਕਿਉਂਕਿ ਪੰਜਾਬ ਦੇ ਜਿਹੜੇ ਅਫਸਰ ਜਾ ਕੇ ਅਗਰ ਦਿੱਲੀ ਦੇ ਮੁੱਖ ਮੰਤਰੀ ਦੇ ਨਾਲ ਮੀਟਿੰਗਾਂ ਕਰਨਗੇ, ਜਾਂ ਉਹਨਾਂ ਨੂੰ ਉੱਥੇ ਬੁਲਾਇਆ ਜਾਏਗਾ, ਇਹ ਕੋਈ ਬਹੁਤ ਵਧੀਆ ਟ੍ਰੈਂਡ ਸੈੱਟ ਨਹੀਂ ਕਰ ਰਹੇ ਅਰਵਿੰਦ ਕੇਜਰੀਵਾਲ ਜੀ। ਸੋ ਸਵਾਲ ਨੇ ਜਿਹੜੇ, ਉਹ ਜਦ ਤੱਕ ਸਮਾਨਤਾ ਨਹੀਂ ਆਉਂਦੀ, ਜਦ ਤੱਕ ਇਕੁਇਲਿਬਰੀਅਮ ਨਹੀਂ ਮੇਨਟੇਨ ਹੁੰਦਾ, ਤਦ ਤੱਕ ਇਹ ਜਿਹੜੇ ਸਵਾਲ ਨੇ ਇਹ ਚੁਭਦੇ ਰਹਿਣੇ ਨੇ। ਸੋ ਇਸ ਕਰਕੇ ਇਹਨਾਂ ਸਵਾਲਾਂ ਦਾ ਆਪਾਂ ਨੂੰ ਹੱਲ ਕੱਢਣਾ ਪੈਣਾ, ਤਾਂ ਹੀ ਪੰਜਾਬ ਚੰਗੇ ਤਰੀਕੇ ਨਾਲ ਅੱਗੇ ਵਧੇਗਾ। ਬਹੁਤ ਬਹੁਤ ਧੰਨਵਾਦ ਮਨਪ੍ਰੀਤ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਡੱਲਾ ਜੀ।